ਉਹਦਾ ਨਸ਼ਾ ਚੜ ਜਾਂਦਾ ਤੇ ਅਗਿਆਨਤਾ ਵਸ ਨਸ਼ੇ ਕਰਨ ਲੱਗ ਜਾਂਦਾ ਬੰਦਾ। ਕਿਹੜੇ ਨਸ਼ੇ ਨੇ? ਜਿਹੜੇ ਮਾਰੂ ਨਸ਼ੇ ਉਹਨਾਂ ਭੈੜੇ ਭੈੜੇ ਆ ਦੇਖੋ ਡਰੱਗਸ ਆ ਰਹੇ ਨੇ ਭੈੜੇ ਭੈੜੇ, ਕੋਕੀਨ ਹੈ, ਸ਼ਮਾਇਕ ਹੈ, ਇਹੋ ਜਿਹੇ ਗੰਦੇ ਨਸ਼ੇ ਨੇ, ਹੋਰ ਬੜੇ ਨਸ਼ੇ ਨੇ। ਤੇ ਗੁਰਮੁਖ ਪਿਆਰੇ ਗੁਰੂ ਤੋਂ ਬਿਨਾਂ ਹਨੇਰਾ ਰਹਿੰਦਾ ਹੈ। ਇੱਕ ਜੋਗੀ ਮਿਲਿਆ ਗੁਰੂ ਨਾਨਕ ਜੀ ਨੂੰ, ਉਹਨੇ ਬੇਨਤੀ ਕੀਤੀ, ਕਹਿੰਦਾ ਮਹਾਰਾਜ ਅਸੀਂ ਕਹਿੰਦਾ ਭੀਮ ਖਾ ਲੈਂਦੇ ਹਾਂ ਤੇ ਸੁਰਤਾ ਜਿਹੜੀ 10ਵੇਂ ਦਵਾਰ ਵਿੱਚ ਚੜ ਜਾਂਦੀ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਕਹਿੰਦਾ ਤੁਸੀਂ ਵੀ ਖਾਂਦੇ ਹੋ ਨੇ ਭੀਮ, ਅਮਲ ਖਾਂਦੇ ਹੋ। ਪਹਿਲਾਂ ਅਮਲ ਬੋਲਦੇ ਹੁੰਦੇ ਸੀ, ਨਸ਼ੇ ਨੂੰ ਅਮਲ ਦਾ ਮਤਲਬ ਹੁੰਦਾ ਨਸ਼ਾ। ਇਹ ਸਵਾਲ ਕੀਤੇ ਦੋ ਤਿੰਨ, ਕਹਿੰਦੇ ਖਾ ਕੇ ਜਦੋਂ ਫਿਰ ਸੁਰਤ ਚੜ ਜਾਂਦੀ ਹੈ ਨਾ 10ਵੇਂ ਦਵਾਰ ਚ, ਔਰ ਨਸ਼ਾ ਗੁਰਮੁਖ ਪਿਆਰਿਓ ਭੀਮ ਦਾ ਚੜਦਾ ਹੈ ਕਿ ਸੁਰਤ ਚੜਦੀ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਇਹਨਾਂ ਕਰਮਾਂ ਧਰਮਾਂ ਨੂੰ ਰੱਬ ਦੇ ਨਾਲ ਮਿਲਣਾ ਮੰਨੀ ਬੈਠੇ ਸੀ। ਇਹ ਹੰਕਾਰ ਦੇ ਵਿੱਚੋਂ ਸਾਰੀਆਂ ਲਾਮਤਾਂ ਪੈਦਾ ਹੁੰਦੀਆਂ ਨੇ। ਅਗਿਆਨ ਦੇ ਵਿੱਚੋਂ ਮੈਂ ਮੇਰੀ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਨਮ ਹੋ ਗਿਆ ਤੇ ਇਹਦਾ ਪਤਾ ਹੀ ਬੰਦਾ ਅਗਿਆਨ ਦਾ ਵਸ਼ ਹੋਣ ਦਾ ਅਰਥ ਹੁੰਦਾ ਬੇਸਮਝੀ। ਗੁਰੂ ਵੱਲੋਂ ਬੇਸਮਝੀ, ਸੰਸਾਰ ਵੱਲੋਂ ਸਾਰੀ ਸਮਝ, ਅਧਿਆਤਮਿਕ ਜੀਵਨ ਦੀ ਆਤਮਿਕ ਜੀਵਨ ਦੀ ਕੋਈ ਸੋਝੀ ਨਹੀਂ। ਤੇ ਗੁਰੂ ਨਾਨਕ ਜੀ ਨੂੰ ਜਦ ਜੋਗੀ ਨੇ ਸਵਾਲ ਕੀਤਾ, ਮਹਾਰਾਜ ਅਸੀਂ ਖਾ ਕੇ ਇਹਨੇ ਸਾਰੀ ਤੇ ਚੜ ਜਾਂਦਾ ਨਸ਼ਾ ਤੇ 10 ਦਵਾਰ ਸੁਰਤ ਚੜ ਜਾਂਦੀ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਤੇ ਮਹਾਰਾਜ ਕਹਿੰਦੇ ਨੇ ਰਹਿਤਨਾਮਿਆਂ ਚ ਵੀ ਲਿਖਿਆ, ਕਹਿੰਦੇ ਆ ਕੰਮ ਕੌਣ ਕਰਦਾ ਹੈ? ਕਹਿੰਦੇ ਲੁੱਚੇ ਹੁੱਕਾ ਪੀਵੰਦੇ। ਆ ਸੁਣੇ ਹੋਣ ਤਗੜੇ ਜੇ ਜਿਰਾ ਕਰਕੇ ਸੁਣ ਲਿਓ। ਆਖੋ ਸਤਿਨਾਮ। ਲੁੱਚੇ ਹੁੱਕਾ ਪੀਵੰਦੇ ਭੀਮ ਅਧਰਮੀ ਖਾਏ। ਕਹਿੰਦੇ ਹੁੱਕਾ ਕੌਣ ਪੀਂਦਾ? ਲੁੱਚੇ ਬੰਦੇ। ਆਖੋ ਸਤਿਨਾਮ ਵਾਹਿਗੁਰੂ ਜੀ। ਭੀਮ ਅਧਰਮੀ ਖਾਏ। ਜਿਹੜਾ ਧਰਮ ਨਾਲ ਟੁੱਟਿਆ ਧਰਮੀ ਆ ਉਹ ਨਸ਼ਾ ਖਾਂਦਾ, ਭੀਮ ਖਾਂਦਾ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਤੇ ਗੁਰੂ ਨਾਨਕ ਜੀ ਕਹਿੰਦੇ ਜੋਗੀਆ ਜਿਹੜੇ ਨਸ਼ਿਆਂ ਵਿੱਚ ਅਸੀਂ ਲੱਗੇ ਹੋਏ ਆ, ਤੁਸੀਂ ਸੁਣਿਆ ਸੀ ਨਾ, ਆ ਨਸ਼ੇ ਨਾਲ ਹੀ ਜੋੜਦੇ ਨੇ, ਮਸਤ ਬਣਾ ਦੇਣਗੇ ਤੇ ਮਸਤ ਆਪੇ ਬਣ ਜਾਣਾ। ਇੱਕ ਦੋ ਵਾਰੀ ਖਵਾਉਣੀ ਆ, ਮੁੜ ਕੇ ਆਪੇ ਖਾਈ ਮਸਤ ਦਾ ਸਾਰੇ ਘਰ ਨੂੰ ਕਰ ਦੂਗਾ। ਆਖੋ ਸਤਿਨਾਮ ਵਾਹਿਗੁਰੂ ਜੀ। ਮਸਤੀ ਦਾ ਇਹਦੀ ਲੈ ਜੂਗੀ, ਘਰਦਿਆਂ ਦੀ ਵੀ ਬਣ ਕਿਹੜਾ ਜਾਊ, ਲੈ ਜੂਗੀ। ਜਦੋਂ ਨਸ਼ੇ ਖਾਣ ਲੱਗ ਗਿਆ ਸਾਰਾ ਕੁਝ ਵੇਚ ਕੇ ਦਾਅ ਤੇ ਲਾ ਕੇ ਮਾਂ ਦੇ ਗਲ 'ਚ ਉਠਾ ਦਿੱਤਾ, ਪੈਸੇ ਚਾਹੀਦੇ, ਪਿਓ ਨੂੰ ਜ਼ਮੀਨਾਂ ਵਿਕ ਗਈਆਂ, ਸਭ ਕੁਝ ਲੈ ਗਈ ਮਸਤੀ। ਜਾਂ ਥੋੜੀ ਜਿਹੀ ਹੋ ਅਗਿਆਨੀ ਬੰਦਿਆਂ ਨੇ ਮਸਤੀ ਚੜਾ ਕੇ ਲਾ ਦਿੱਤੀ। ਆਖੋ ਸਤਿਨਾਮ ਵਾਹਿਗੁਰੂ ਜੀ। ਉਹ ਗੁਰਮੁਖ ਪਿਆਰਿਓ, ਗੁਰੂ ਨਾਨਕ ਜੀ ਕਹਿੰਦੇ ਓਏ ਗੁਰਮੁਖਾ ਜੋਗੀਆ, ਕਹਿੰਦੇ ਸਾਰੇ ਸੰਸਾਰ ਨੇ ਨਸ਼ਾ ਖਾਧਾ ਹੋਇਆ, ਸਾਰੇ ਸੰਸਾਰ ਨੇ। ਕਹਿੰਦਾ ਮਹਾਰਾਜ ਸੰਸਾਰ ਨੇ ਨਸ਼ਾ ਖਾਧਾ ਹੋਇਆ? ਤੁਸੀਂ ਵੀ ਕਹੋਗੇ। ਮਹਾਰਾਜ ਕਹਿੰਦੇ ਹਾਂ ਖਾਧਾ ਹੋਇਆ। ਕਹਿੰਦੇ ਕਿਹੜਾ ਨਸ਼ਾ ਖਾਧਾ ਹੈ? ਤੇ ਗੁਰੂ ਨਾਨਕ ਜੀ ਕਹਿੰਦੇ ਫਿਰ ਸੁਣ ਸ੍ਰੀ ਰਾਗ ਵਿੱਚ ਉਹਨੂੰ ਉਪਦੇਸ਼ ਦਿੱਤਾ। ਉਹਦਾ ਪਹਿਲਾ ਸਵਾਲ ਸੀ ਅਮਲ ਗਲੋਲਾ ਕੂੜਤਾ ਦਿੱਤਾ ਦੇਵਨ ਹਾਰ। ਅਮਲ ਕਹੀਏ ਨਸ਼ਾ, ਗਲੋਲਾ ਕਹੀਏ ਗੋਲਾ। ਕਹਿੰਦੇ ਕਿਹੜਾ ਗੋਲਾ ਦੇ ਦਿੱਤਾ? ਕੂੜਾ ਨਾਸ਼ਵੰਤ ਸੰਸਾਰ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਸਾਰੇ ਸੰਸਾਰ ਨੂੰ ਉਹ ਪਰਮਾਤਮਾ ਨੇ ਆ ਨਾਸ਼ਵੰਤ ਸੰਸਾਰ ਹੈ ਜਿਹੜਾ, ਇਹਦੇ ਵਿੱਚ ਮੋਹ ਦਾ ਗੋਲਾ ਦਿੱਤਾ। ਆਖੋ ਸਤਿਨਾਮ ਵਾਹਿਗੁਰੂ ਜੀ। ਅਮਲ ਬਾਣੇ ਨਸ਼ਾ, ਕੂੜ ਦਾ ਨਸ਼ਾ ਚੜਿਆ ਹੋਇਆ, ਮੋਹ ਦਾ ਨਸ਼ਾ ਚੜਿਆ ਹੋਇਆ। ਕਿਹੜਾ ਮੋਹ? ਸਰੀਰ ਦਾ ਮੋਹ। ਸਰੀਰ ਦਾ ਮੋਹ ਹੈ ਨਾ, ਸਭ ਤੋਂ ਪਹਿਲਾਂ ਸਰੀਰ ਦਾ ਹੀ ਮੋਹ ਹੈ। ਅੱਗੇ ਫਿਰ ਸਰੀਰਾਂ ਦਾ ਮੋਹ, ਸਰੀਰ ਦਾ ਮੋਹ, ਫਿਰ ਸਰੀਰਾਂ ਦਾ ਮੋਹ। ਕਿਹੜਾ ਸਰੀਰ? ਜਿਹੜਾ ਪਰਿਵਾਰ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਸਰੀਰ ਦਾ ਮੋਹ, ਪਰਿਵਾਰ ਦਾ ਮੋਹ, ਧਨ ਦਾ ਮੋਹ, ਵਿਕਾਰਾਂ ਦਾ ਮੋਹ, ਇਹ ਸਾਰਾ ਨਸ਼ਾ ਚੜ ਗਿਆ। ਕਹਿੰਦੇ ਨਸ਼ਾ ਚੜ ਜੇ ਬੰਦੇ ਦੀ ਹਾਲਤ ਵਿਗੜ ਜਾਂਦੀ ਹੈ। ਅਗਿਆਨ ਵਸ ਨਸ਼ਾ ਚੜ ਗਿਆ, ਹਾਲਤ ਵਿਗੜ ਗਈ। ਨਸ਼ਾ ਪਤਾ ਕੀ ਹੁੰਦਾ? ਕਰਦਾ ਆਪਣੇ ਆਪ ਨੂੰ ਭੁੱਲ ਜਾਂਦਾ। ਕਹਿੰਦੇ ਕੋਈ ਰਾਜਾ ਸੀਗਾ, ਮਹਾਰਾਜ ਜੀ ਉਦਾਹਰਨ ਦਿੰਦੇ ਹੁੰਦੇ ਰਾਣਾ ਸਾਹਿਬ ਵਾਲੇ।
दूसरे राजे ने इनवाइट कर लिया कि नशा की हालत बना दिंदा है, असलीयत गायब हो जाती है, नकल नाल जुड़ जाता है, अपने आप को भुल जाता है। और राजे ने सद लिया, रोटी कर ली, वो दूसरा राजा गया उत्थे जाके वो कहते हुण राजे महाराजे के नशिया के गुलाम होंदे सी, शराब पीनी शुरू कर दी। वो लाली राजे ने थोड़ी जी ज्यादा नशा चढ़ गया, नशा चढ़ गया। मंत्रियों ने देखा भी उन्हें लै चलीए, लैके जो आए ना ये अपने राजमहल से पहुंचे, राजमहल के उत्ते पहरेदार घूम रहे सी सिक्योरिटी। वो हुण पहरे वाले नूं देख के कहता तू कौन है? नशे च रहा। वो कहता राजा साहब मैं तुहाडा पहरेदार है। कहता मैं तो आप पहरेदार लगूंगा। आखो सतनाम वाहिगुरू जी, मैं तो आप पहरेदार बनूंगा। कहते अच्छा। वो कहते नहीं तुसीं तां राजे हो, असीं हां तुहाडे नौकर। कहते नहीं नहीं नहीं, कहते मैं तो आप पहरा दूंगा राजे। बस उन्हें ड्रैस धक्के नाल पा ली, खो के बंदूक बढ़ दी, गेड़े कढ़ी जांदा ते जदों बच्चे फिर गुरमुख प्यारे हो ते अनक ते नशा लै गया। वो अपने कपड़े वाल देखे, अपने वाल ओए ये क्या है? कहता क्या है ये? होशानी वारदा दसी, गुस्ताखी माफ करियो जनाब, रात तुसी ज्यादा ला ली। नशे की हालत में राजा की बन गया, अपने आप को सिपाही बना लिया, अपनी असलीयत को भुल गया भी मैं राजा है। बस आई हालत साडी माया ने, मोह ने, अमल कूड़ दे नशे ने कर दी। नागत एक सिंहासन सोया, सुपने भया पखारी, अस्तराज मिश्रत दुख पाया, शोभत पई हमारी। ये हालत साडी हो गई गुरमुख प्यारिओ, ओ सीता राजे पर पखारी बन गया। आखो सतनाम। नशा ये हालत कर दिंदा है, नशा ये हालत कर दिंदा, अपने आप को भुला दिंदा, बस अपने आप को भुल गया। ये ज्ञान हासिल गुरु तो करना भी मैं कौन है, कौन है तू शरीर नहीं का, मन तू जोत स्वरूप है, अपना मूल पछाण कौन है तू जोत स्वरूप है, शरीर नहीं का। आखो सतनाम। सो इस तरह करके गुरु नानक जी कहते जोगी जी, जोगी राज जी सारी दुनिया को नशा चढ़िया होया। अमन गलोला कूड़ का दिता देवनहार, वो देनहार परमात्मा ने सारे संसार को मोह का रूपी जिहड़ा नशा है ना वो चढ़ाया होया है, ये चढ़िया होया है। ते वो नशा कहदा शरीर का मोह, वासनावां का मोह, शरीरां का मोह, धन का मोह, पदार्थां का मोह, थोड़े मोह। इसे करके गुरु नानक जी कहते सारे संसार ने नशा खाता होया जोगी। आखो सतनाम वाहिगुरू जी। ते ओ मोह दे नशे विच अगली गल केड़ी होई? अज्ञानता जी मती मरण विसारिया, खुशी कीती दिन चार। कहते मती मरण विसारिया, मती माने मस्ती। जब मोह दी चढ़ के मस्ती, मोह दी मस्ती चढ़ जाती है, एक मोह है, एक प्रेम है। मोह दी मस्ती चढ़े बाद फिर घरदियां दे कई भी नहीं लगदा। आखो सतनाम। बस मोह दा नशा ही ऐसा है गुरमुखो जिहड़ा जाता ही नहीं है। महाराज कहते मती मरण विसारिया, कहते वो मस्त हुई सच्चा सदा फिर रहने वाला परमात्मा। साडी जीव रूप इस्तरी है जिहड़ी जीव रूप कहिए, ਉਹਨੂੰ ਮੋਹ ਦੇ ਵਸ਼ ਹੋ ਕੇ ਮੌਤ ਰੂਪੀ ਜਿਹੜਾ ਗੁਰਮੁਖ ਪਿਆਰਿਓ ਮਰਨਾ ਸੀ ਨਾ ਉਹਨੂੰ ਭੁਲਾ ਦਿੱਤਾ। ਮਸਤ ਹੋਈ ਜਿੰਦ ਨੇ ਮੌਤ ਭੁਲਾ ਦਿੱਤੀ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਸਾਰੇ ਗਿਆਨ ਦੇ ਕਰਮ ਮਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਲ ਚਾਰ। ਕਹਿੰਦੇ ਮਸਤ ਹੋਈ ਜਿੰਦ ਨੇ ਮੌਤ ਨੂੰ ਭੁਲਾ ਦਿੱਤਾ। 4 ਦਿਨ ਦੀ ਜ਼ਿੰਦਗੀ ਸੀ ਬੁਰਾਈਆਂ ਵਰਤਾ ਦਿੱਤੀ, ਮੋਹ ਦੇ ਵਸ਼ ਪੈ ਗਿਆ। आखो सतनाम वाहिगुरू जी। ते गुरु जी कहते जोगिया सच मिलिया 300 पिया, राखण को दरबार। सच मिलिया 300 पिया, कहते सच सदा फिर रहने वाला परमात्मा प्रभु जिन्हों ने लभ लिया वो सौफी ने। एक पीण वाला होंदा, एक सौफी दुनियावी मसाला ने ना,
ਸੌਫੀ ਕੌਣ ਹੁੰਦਾ? ਜਿਹੜਾ ਸ਼ਰਾਬ ਨਸ਼ੇ ਨਹੀਂ ਪੀਂਦਾ, ਉਹਨੂੰ ਸੌਫੀ ਕਹਿੰਦੇ। ਗੁਰੂ ਨਾਨਕ ਜੀ ਕਹਿੰਦੇ ਉਹ ਸੌਫੀ ਹੋ ਗਏ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਨਾਲ ਆਪਣੀ ਸੁਰਤ ਨੂੰ ਜੋੜਤਾ। ਉਹ ਸੌਫੀ ਨੇ ਜਿਹੜੇ ਨਾਸ਼ਵੰਤ ਸੰਸਾਰ ਦੇ ਮੋਹ ਚੋਂ ਨਿਕਲ ਗਏ। ਆਖੋ ਸਤਿਨਾਮ ਵਾਹਿਗੁਰੂ ਜੀ। ਇਹ ਜੋਗੀ ਨਾਲ ਵਿਚਾਰ ਕਰਦੀ ਸੀ ਪਹਿਲੇ ਪਰਸ਼ਨ ਦੀ, ਜਿਨ੍ਹਾਂ ਨੇ ਮੋਹ ਦਾ ਨਸ਼ਾ, ਨਾਸ਼ਵੰਤ ਸੰਸਾਰ ਦਾ ਨਸ਼ਾ ਛੱਡ ਕੇ ਉਹ ਪਰਮਾਤਮਾ ਦੇ ਨਾਮ ਨੂੰ ਜਪਣਾ ਆਰੰਭ ਕਰ ਦਿੱਤਾ, ਪ੍ਰਭੂ ਦੇ ਨਾਮ ਵਿੱਚ ਲੀਨ ਹੋ ਗਏ। ਉਹ ਸਦਾ ਰਹਿਣ ਵਾਲੇ ਪਰਮਾਤਮਾ ਨੂੰ ਲੱਭ ਲਿਆ। ਉਹ ਕਹਿੰਦੇ ਅਸਲੀ ਸੌਫੀ ਨੇ ਸੱਚ ਮਿਲਿਆ, ਤਿੰਨ ਸੌਫੀਆਂ ਰਾਖਣ ਕੋ ਦੇਵਨਹਾਰ। ਉਹ ਦੇਣਹਾਰ ਪਰਮਾਤਮਾ ਜਿਹੜਾ ਗਿਆਨ ਦਾ ਵਸ ਭੁਲਾਇਆ ਸੀ, ਉਹ ਸੌਫੀ ਜਿਨ੍ਹਾਂ ਨੂੰ ਮੋਹ ਦਾ ਨਸ਼ਾ ਲੈ ਗਿਆ, ਉਹਨਾਂ ਨੇ ਸਦਾ ਰਹਿਣ ਵਾਲੇ ਪਰਮਾਤਮਾ ਨੂੰ ਸੱਚ ਮੰਨਿਆ। ਆਖੋ ਸਤਿਨਾਮ ਵਾਹਿਗੁਰੂ ਜੀ। ਸੱਚੇ ਕੋ ਸੱਚ ਜਾਣ। ਗੁਰੂ ਨਾਨਕ ਜੀ ਕਹਿੰਦੇ ਨਾਨਕ ਸਾਚੇ ਕੋ ਸਦਾ ਰਹਿਣ ਵਾਲਾ ਪਰਮਾਤਮਾ। ਸੰਸਾਰ ਸਦਾ ਰਹਿਣ ਵਾਲਾ ਨਹੀਂ, ਇਹ ਨਾਸ਼ਵੰਤ ਹੈ। ਜਿਨ੍ਹਾਂ ਸੌਫੀਆਂ ਨੂੰ ਇਸ ਗੱਲ ਦੀ ਸਮਝ ਆ ਗਈ, ਗੁਰੂ ਨਾਨਕ ਜੀ ਕਹਿੰਦੇ ਜੋਗੀਆ ਤੂੰ ਵੀ ਇਸ ਗੱਲ ਨੂੰ ਸਮਝ। ਸਾਚੇ ਕੋ ਸੱਚ ਜਾਣ। ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਉਹ ਸੱਚਾ ਹੈ। ਉਹਦੇ ਨਾਲ ਡੂੰਘੀ ਸਾਂਝ ਪਾਲਾ। ਆ ਮੋਹ ਦੀਆਂ ਤੰਦਾਂ ਕੱਟੀਆਂ ਜਾਣਗੀਆਂ ਜਦ ਨਾਮ ਸਿਮਰਨ ਨਾਲ ਉਹਦੇ ਨਾਲ ਗੰਢ ਪਾਏਗਾ। ਨਾਨਕ ਸਾਚੇ ਕੋ ਸੱਚ ਜਾਣ। ਕਹਿੰਦੇ ਜਦ ਉਹਦੇ ਨਾਲ ਡੂੰਘੀ ਸਾਂਝ ਪੈ ਜਾਏਗੀ, ਉਹਦਾ ਸਿਮਰਨ ਕਰੀ ਤੇ ਫਿਰ ਕੀ ਮਿਲੇਗਾ? ਜਿਤ ਸੇਵਿਆ ਸੁਖ ਪਾਈਐ, ਤੇਰੀ ਦਰ ਕਹਿ ਚੱਲੈ ਮਾਨ ਰਹਾਉ। ਜਿਤ ਸੇਵਿਆ, ਜਿਸ ਦਾ ਸਿਮਰਨ ਕੀਤਿਆ ਚੱਲੈ ਮਾਨ, ਤੈਨੂੰ ਆਦਰ ਮਿਲੂਗਾ। ਸੇਵਿਆ ਆਦਰ ਮਿਲੇਗਾ। ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਉਹਨਾਂ ਨੂੰ ਆਦਰ ਮਿਲਦਾ ਹੈ। ਕੀ ਮਿਲਦਾ ਮਹਾਰਾਜ? ਹਾਂ, ਜਪਜੀ ਸਾਹਿਬ ਰੋਜ਼ ਹੀ ਪੜ੍ਹਦੇ ਆਪਾਂ। ਜਿਨ ਸੇਵਿਆ ਤਨ ਪਾਇਆ ਮਾਨ। ਸੇਵਿਆ ਸਿਮਰਨ, ਜਿਨ੍ਹਾਂ ਨੇ ਵੀ ਉਸ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਨੂੰ ਸੰਸਾਰ ਵਿੱਚ ਆਦਰ ਮਿਲਿਆ। ਆਖੋ ਸਤਿਨਾਮ ਵਾਹਿਗੁਰੂ ਜੀ। ਜਿਨ ਸੇਵਿਆ ਤਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਉਨ ਗੁਣਾਂ ਦੇ ਨਾਲ ਦੀ ਸਿਫਤ ਸਲਾਹ ਕਰ ਪਰਮਾਤਮਾ ਦੀ। ਜਿਨ੍ਹਾਂ ਨੇ ਪ੍ਰਭੂ ਦਾ ਸਿਮਰਨ ਕੀਤਾ, ਸਿਫਤ ਸਲਾਹ ਕੀਤੀ, ਉਹਨਾਂ ਨੂੰ ਮਾਨ ਮਿਲਿਆ ਸੰਸਾਰ ਵਿੱਚ ਵੀ ਤੇ ਅੱਗੇ ਦਰਗਾਹ ਦੇ ਵਿੱਚ। ਇਹੀ ਕਹਿ ਰਹੇ ਨੇ ਗੁਰੂ ਨਾਨਕ ਜੀ, ਉਹ ਜਿਤ ਸੇਵਿਆ ਸੁਖ ਪਾਈਐ, ਤੇਰੀ ਦਰਗਾਹ ਚੱਲੈ ਮਾਨ। ਉਹ ਜੋਗੀਆ ਨਸ਼ੇ ਭੀਮ ਦੇ ਸਾਰੇ ਸੰਸਾਰ ਨੇ ਖਾਤਾ ਮੋਹ ਰੂਪ ਨਸ਼ਾ। ਇਹ ਕੂੜਬੰਦ ਨਾਸ਼ਵੰਤ ਸੰਸਾਰ ਨਾਲ ਜੁੜ ਕੇ ਅਗਿਆਨਤਾ ਦੇ ਵਸ਼ ਇਹੋ ਜਿਹੇ ਕਰਮ ਕਰਨ ਲੱਗੇ। ਮੋਹ ਦੇ ਨਸ਼ੇ ਅਧੀਨ। ਮੋਹ ਦੱਸਿਆ ਕਿੰਨੇ ਤਰ੍ਹਾਂ ਦਾ, 6 ਤਰ੍ਹਾਂ ਦਾ, 10 ਤਰ੍ਹਾਂ। ਕਹਿੰਦੇ ਪਰ ਤੂੰ ਉਸ ਪਰਮਾਤਮਾ ਨੂੰ ਸਿਫਤ ਸਲਾਹ, ਉਹਦੇ ਸੱਚੇ ਨਾਮ ਦਾ ਸਿਮਰਨ ਕਰ, ਜਿਸ ਕਰਕੇ ਤੂੰ ਉਸ ਪ੍ਰਭੂ ਪਰਮਾਤਮਾ ਦੇ ਦਰਗਾਹ 'ਚ ਵੀ ਮਾਣ ਪਾਏਗਾ ਤੇ ਸੰਸਾਰ 'ਚ ਵੀ ਮਾਣ ਮਿਲੂਗਾ। ਆਖੋ ਸਤਿਨਾਮ ਵਾਹਿਗੁਰੂ ਜੀ। ਤੇ ਫਿਰ ਅਗਲਾ ਸਵਾਲ ਜੋਗੀ ਨੇ ਕੀਤਾ, ਕਹਿੰਦਾ ਜੀ ਭੀਮ ਨਹੀਂ ਤਾਂ ਫਿਰ ਸ਼ਰਾਬ ਪੀ ਕੇ ਵੇਖ ਲਓ। ਜੋਗੀ ਰਾਜ ਕਹਿੰਦੇ ਗੁਰੂ ਨਾਨਕ ਨੂੰ, ਗੁਰੂ ਨਾਨਕ ਜੀ ਕਹਿੰਦੇ ਇਸਨੇ ਕੀਤੀ ਹੋਈ ਹੈ। ਕਹਿੰਦਾ ਵੇਖੋ ਆ ਸਾਡੇ ਵਾਲੀ ਤੇ ਲਾ ਕੇ ਦੇਖੋ ਘੁੱਟ, ਭਰਤਰੀ ਵਰਗਿਆਂ ਨੇ ਰੱਖੀ ਸੀ ਮਹਾਰਾਜ ਨੂੰ। ਆਖੋ ਸਤਿਨਾਮ ਵਾਹਿਗੁਰੂ ਜੀ। ਕਹਿੰਦੇ ਆ ਵੀ ਦੂਸਰੇ ਨੰਬਰ ਤੇ ਜਦ ਭੀਮ ਦੀ ਗੱਲ ਗੁਰੂ ਨਾਨਕ ਕਹਿੰਦਾ ਸਾਰੇ ਸੰਸਾਰ ਨੂੰ ਨਸ਼ਾ ਚੜੇ। ਅਕੂੜ ਨਾਸ਼ਵੰਤ ਸੰਸਾਰ ਮੋਹ ਦਾ ਵਿਕਾਰਾਂ ਦਾ ਨਸ਼ਾ ਚੜੇ ਹੋਇਆ। ਕਾਮ ਕ੍ਰੋਧ ਲੋਭ ਮਾਇਆ ਵਸ਼ ਹੰਕਾਰ ਬੰਦਾ ਅੰਨਾ ਹੋਇਆ ਪਿਆ। ਅੰਨੇ ਇਹ ਨਹੀਂ ਨੇ ਮਹਾਰਾਜ ਕਹਿੰਦੇ ਅੰਨੇ ਇਹ ਨਾ ਆਖੀਆ ਜਿਨ ਕੋ ਖਲੋਇਨ ਨਾਹੀ। ਕਹਿੰਦੇ ਅੰਨੇ ਉਹ ਨਹੀਂ ਜਿਨ੍ਹਾਂ ਦੀ ਅੱਖਾਂ ਹੈ ਨਹੀਂ, ਉਹ ਨਹੀਂ ਅੰਨੇ ਮਨ ਦੀ ਗੁਰਮਤ। ਅੰਨੇ ਸਹੀ ਨਾਨਕਾ ਖਸਮੋਂ ਧੱਕੇ ਖਾਏ। ਜਿਹੜੇ ਪਰਮਾਤਮਾ ਨੂੰ ਭੁੱਲ ਗਏ ਉਹ ਅੰਨੇ ਹੈ ਗੁਰੂ ਨਾਨਕ ਦੇ ਘਰ ਵਿੱਚ। ਅੱਖਾਂ ਜਿਨ੍ਹਾਂ ਦੇ ਹੈਗੀ ਉਹ ਅੰਨੇ ਨਹੀਂ ਗਏ। ਆਖੋ ਸਤਿਨਾਮ ਵਾਹਿਗੁਰੂ ਜੀ। ਤੇ ਫਿਰ ਉਹਨੇ ਕਿਹਾ ਮਹਾਰਾਜ ਸ਼ਰਾਬ ਪੀ ਲੋ। ਤੇ ਗੁਰੂ ਨਾਨਕ ਜੀ ਕਹਿੰਦੇ ਵੀ ਅਸੀਂ ਤਾਂ ਪੀਤੀ ਹੋਈ ਹੈ। ਉਸ ਭੰਗ, ਉਸ ਫੀਮ, ਇਹ ਸਾਰਾ ਦੱਸੇ ਨਾ 100 ਸਾਖੀ ਵਿੱਚ। ਉਸ ਮਤ ਭੰਗ ਫੀਮ ਉਤਰ ਜਾਏ ਪ੍ਰਭਾਤ। ਕਹਿੰਦੇ ਕੋਈ ਭੰਗ ਪੀਂਦਾ ਹੋਵੇ, ਕੋਈ ਫੀਮ ਖਾਂਦਾ ਹੋਵੇ, ਮਦ ਬਣੇ ਸ਼ਰਾਬ ਪੀਂਦਾ ਹੋਵੇ,
ये सारे नशे करता हुए, पोस्ट खाता हुए, पोस्ट मद शराब भंग अफीम, ये सारे नशे उतर जाए प्रभात 12 बजे तो बाद सारे लै जाते हैं। आखो सतनाम जी। ते कहंदे साडे वाली केड़ा कीती आ सी, कहंदे नाम खुमारी नानका चढ़ी रहे दिन रात, कहंदे असीं तो नाम दी शराब पीती हुई है। उस दे नाल जेड़ा नशा ही नहीं लैंदा ऐसी पीती हुई है। ते गुरु नानक ने कहा शराब दे तो नेड़े ना जाई, क्यों ना जाई, जित पीते मत दूर होए, बरल पवै विच आए, अपना पराया ना पछाणी, खसमों धक्के खाए। कहते भी शराब ना पी लो, ये ना मत पुठी हो जाती है। मैं अंदर गया तो बंदा भुल जाता है भी मैं किथे बैठा है, की बोलना है, की करना है, अपना पराया ना पछाणी, अपने पराए की कोई पछाण नहीं, सियाण नहीं रही। जिवें कोई बंदा ना अपने सौहरी चलिया गया, गल सुनने वाली है तुहाडी, सौहरी चलिया गया और सौहरिया ने मेहमानबाजी करनी सी, जवाई आया साडा। अजकल फिर कलयुग का समा है तो मेहमान नवाजी थोड़ी शराबा शरूबा ना ज्यादा होती है। आखो सतनाम वाहिगुरू जी। जे किते शामा पईयां हुण कोई इहो जिहा रिश्तेदार आया जिन्हें तुहानू किहा होवे अज ताईं अपने जीवन च झात मारियो भी सद्या दे वेले आया रिश्तेदार ते कहंदा आ जाओ इकट्ठे हो के बैठ के रह रास दा पाठ करिए। आया कोई रिश्तेदार अपने घरे आद हो गई है, इन्हां नूं रिश्तेदार बनदा। और गुरमुख प्यारिओ आया कोई रिश्तेदार अज ताईं जेड़ा शाम नूं कहंदा होवे आओ रल के बैठ के रह रस दी टाइम हो गया, रह रस दी बाणी पढ़ के नहीं आया। हुण जिंदगी च आया ही नहीं कोई। ते महाराज कहंदे जेड़े परमात्मा नाल टुटे हो तेरे मित्र नहीं गए। प्रभ स्वामी कंत विहूणियां मीत सज्जन सब जाम, कहंदे ओ तां जिउंदे तैनूं जमदूत चुमड़े होए है, ओ मित्र नहीं गए तेरे। आखो सतनाम वाहिगुरू जी। शाम नूं वो जरूर आउंदे आ, कहंदे आओ भगत नहीं कीती पैग लवाया नहीं, जे कहंदे लै दस सेवा तां करी कोई नहीं। आखो सतनाम वाहिगुरू जी। इन्हां चीजां नूं सेवा बन गया सी, है जी बुरी चीज है। अगला वचन भी मैं तुहानूं कहना है। वो गया सारे मेहमान बाजी हुई, हुण भी करदे ने, लिआंदी शाम नूं ला ली छट कौन बैठा सी कोले, सौहरा बैठा सी, ਇਹਨੇ 4 ਪੈਗ ਵੱਧ ਲਾ ਲਏ, ਸ਼ਰਮ ਸ਼ੁਰਮ ਤਾਂ ਹੋਣੀ ਨਹੀਂ ਨਾ ਇਹਨੂੰ। ਸਹੁਰਾ ਵੀ ਬਾਪ ਹੁੰਦਾ ਹੈ, ਪਰ ਵੱਡੇ ਛੋਟੇ ਦੀ ਧੀਆਂ ਭੈਣਾਂ ਦੀ ਕੋਈ ਸ਼ਰਮ ਨਹੀਂ, ਲਾਜ ਨਹੀਂ। ਕਹਿੰਦੇ ਬੈਠ ਕੇ ਹੁਣ ਇਹਨੇ ਪੀ ਲਈ ਤੇ ਹੁਣ ਸਹੁਰੇ ਨੇ ਵੀ ਪੈਗ ਮਾਰ ਲਿਆ। ਫਿਰ ਦੱਸਿਆ ਸੀ ਨਾ, ਫਿਰ ਪਹਿਲਾ ਕੀ ਹੁੰਦਾ, ਕਹਿੰਦੇ ਤੋਤਾ ਬਣ ਜਾਂਦਾ ਹੈ। ਦੱਸਿਆ ਸੀ ਬੀਰਬਲ ਅਕਬਰ ਨੂੰ ਸਮਾਂ ਲੰਮਾ ਹੈ। ਕਹਿੰਦੇ ਬੀਰਬਲ ਆ ਕੇ ਅਕਬਰ ਕੋਲੇ ਖੜ ਗਿਆ, ਬੜਾ ਚਤਰ ਸੀਗਾ। ਉਹਨੇ ਕੱਛ ਵਿੱਚ ਬੋਤਲ ਲਈ ਸ਼ਰੇਆਮ, ਫਾਰਸੀ ਦਾ ਲਫ਼ਜ਼ ਹੈ ਸ਼ਰਾਰਤ ਦਾ ਪਾਣੀ, ਫਾਰਸੀ ਦਾ ਲਫ਼ਜ਼ ਹੈ ਨਾ ਸ਼ਰੇਆਮ, ਸ਼ਰਾਰਤ ਦਾ ਪਾਣੀ। ਕਹਿੰਦੇ ਆਪਣੇ ਕੱਛ ਵਿੱਚ ਬੋਤਲ ਲਈ ਤੇ ਆ ਕੇ ਅਕਬਰ ਦੇ ਕੋਲੇ ਖੜ ਕੇ ਲਪੇਟੀ ਹੋਈ, ਕਹਿੰਦਾ ਕੀ ਹੈ? ਕਹਿੰਦਾ ਜੀ ਇਹਦੇ ਵਿੱਚ ਤੋਤੇ ਦਾ ਬੱਚਾ ਹੈ। ਅੱਛਾ। ਫਿਰ ਪੁੱਛਦਾ, ਕਹਿੰਦਾ ਦੱਸ ਬੀਰਬਲ ਕੀ ਹੈ? ਬੀਰਬਲ ਦੀਆਂ ਕਹਾਣੀਆਂ ਬੜੀਆਂ ਤੁਸੀਂ ਸੁਣੀਆਂ ਹੋਣੀਆਂ, ਬੁੱਧੀਮਾਨ ਬੜਾ ਸੀ। ਕਹਿੰਦਾ ਜੀ ਇਹਦੇ ਵਿੱਚ शेर का बच्चा है। वो कहता शेर का बच्चा कच्छ च किवें आ गया, बड़ियां बुझारतां पाई जांदा है। तीसरी बारी फिर कहता इहदे विच की है? कहता जी इहदे विच मुर्दा है, मुर्दा। वो रख के मूहरे मेज ते वो बोतल रखती, कहंदा वो कहता बोतल एक ते गल्लां इन्नियां मारी जाना तूं है। वो कहता दस हुण सिद्ध कर गल प्रमाण दे। कहता राजन सुनो, जद कहते पहला पैग मार लेंदा है ना, बस फिर तोते वांगू बोलना लग जाता है। आखो सतनाम वाहिगुरू जी। कहते तोते वांगू गल्लां करदा, जेड़े दे मूंह च जुबान नहीं हुंदी, अंदर गई ते बस बकण लग गया। आखो सतनाम वाहिगुरू जी। कहते तोता होया कि नहीं होया? राजा कहता भी सत हो गया। कहते चलदे फिर कहते 2 पैग होर ला लेने। जो 2 अंदर गए तो फिर भड़का मारदा, शेर वांगू शेर बन जाता है। फिर भड़का मारदा एवें कही तो निकलो गवांढियां नूं बाहर फलाने वेले आ कुछ पिया सी मैनूं। आखो सतनाम वाहिगुरू जी। कहंदे शेर होया कि नहीं? राजा कहंदा सत है तू शेर बन गया।
आखो सतनाम वाहिगुरु जी। कहते शेर होया कि नहीं, कहना हो गया तो कहना जो चार को पैक जाते हैं फिर कहते डिग पहले मुर्दा हो जाता है। आखो सतनाम वाहिगुरु जी। फिर तो पता ही नहीं किथे पिया की होई जाता, भावे कुत्ते मुंह चट्टी जान ਉਹਨੂੰ ਵੀ ਆਖੂਗਾ ਤਾਏ ਦੇ ਪੁੱਤਾ ਚੱਲ ਚਲੀਏ ਘਰ ਨੂੰ। ਆਖੋ ਸਤਨਾਮ ਉਹ ਨਾਲੀ ਚ ਡਿੱਗੇ ਦਾ ਮੂੰਹ ਚੜ ਜਾਵੇ। ਆਓ ਗੁਰਮਤਿ ਪਿਆਰਿਓ ਕਹਿੰਦੇ ਹੋਇਆ ਕਿ ਨਹੀਂ ਮੁਰਦਾ ਤੇ ਚੌਥਾ ਵਚਨ ਕਿਹਾ ਸੀ ਇਹ ਖੋਤਾ ਹੈ, ਖੋਤਾ ਖੋਤੇ ਦਾ ਬੱਚਾ। ਉਹ ਕਹਿੰਦੇ ਖੋਤਾ ਕਿਵੇਂ ਹੋਇਆ, ਕਹਿੰਦਾ ਰੁਪਿਆ ਲੱਤਾਂ ਮਾਰੀ ਜਾਂਦਾ, ਪਤਾ ਤਾਂ ਹੈ ਨਹੀਂ ਇਹਨੂੰ ਵੀ ਮੈਂ ਕਿੱਥੇ ਪਿਆ ਕੀ ਕਰ ਰਿਹਾ। ਹੋਇਆ ਕਿ ਨਹੀਂ, ਕਹਿੰਦੇ ਹੋ ਗਿਆ। ਉੱਥੇ ਖਿਆਲ ਕਰੀਏ ਉਹ ਜਵਾਈ ਨਹੀਂ ਕੀਤੀ, ਆਓ ਭਗਤ ਲਾਇਆ ਇੱਕ ਪੈਗ। ਤੇ ਹੁਣ ਸਹੁਰਾ ਪਤਾ ਕੀ ਕਹਿੰਦਾ ਜਵਾਈ ਨੂੰ, ਜੇ ਤਰੀਕੇ ਮਤ ਦੂਰ ਹੋਏ। ਉਹ ਕਹਿੰਦਾ ਮੇਰੀ ਕੁੜੀ ਦਾ ਖਿਆਲ ਰੱਖਿਆ ਕਰ, ਤੈਨੂੰ ਧੀ ਵਿਆਹੀ ਆਪਦੀ ਆਖੋ ਸਤਨਾਮ ਵਾਹਿਗੁਰੂ ਜੀ। ਉਹ ਕਹਿੰਦਾ ਕੋਈ ਗੱਲ ਨਹੀਂ, ਚੁੱਪ ਕਰ ਗਿਆ। ਕਹਿੰਦਾ ਠੀਕ ਹੈ ਜੀ ਠੀਕ ਹੈ, ਹੁਣ ਬੋਲੇ ਨਾ। ਜਦ ਹੋਰ ਚੱਲਦਾ ਗਿਆ ਕੰਮ, और 2-3 पैग लाए, और फिर गल चढ़ गई दिमाग में। और फिर कहे मेरी लड़की का ख्याल रखिया कर, धीदा मेरी दा। वो कहता जी 7 वचन जो होर पहली लोग फिर पता तो रहा ना, जित पीते मत दूर होए। वो कहता तू मेरी धी का ख्याल रखी। वो कहता परवाह ना कर, जय जी तेरी धी हो जी मेरी धी। आखो सतनाम वाहिगुरू जी। बस जित पीते मत दूर होए। कहता जय जी तेरी धी है हो जी मेरी धी है। मत दूर हो गई, अपना पराया ना पछाण नहीं, खसमों धक्के खाए। कहता तुसी फिक्र ना करो, जय जी तुहाडी धी है हो जी मेरी धी है। आखो सतनाम वाहिगुरू जी। उत्थे ख्याल करिए जोगी कहता महाराज गुरु नानक जी को ला लो। महाराज कहते असीं तां पीती होई है जिहड़ी लहिंदी नहीं। कहंदी किहड़ी आ ओ, कहंदे सच सदा गुण बाहरा। अगली पंक्ति कही जिस विच सच्चा नाम, सच सदा फिर रहण वाला परमात्मा। कहंदे शरा बने शराब, गुण बाहरा ਜਿਹਦੇ ਗੁਣ ਤੋਂ ਬਾਹਰ ਹੈ ਤੇ ਗੁਣ ਦੀ ਉਹ ਲੋੜ ਨਹੀਂ ਪੈਂਦੀ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਗੁਣ ਪਾਉਣ ਤੋਂ ਬਿਨਾਂ ਹੀ ਬਣਾਈ ਜਾਂਦੀ ਹੈ। ਕਹਿੰਦੇ ਗੁਰਮੁਖ ਪਿਆਰਿਓ ਸਦਾ ਕਾਇਮ ਰਹਿਣ ਵਾਲੀ ਹਸਤੀ ਪਰਮਾਤਮਾ, ਉਹਦਾ ਜਿਹੜਾ ਨਾਮ ਹੈ ਉਹ ਦੁਨੀਆ ਵੱਲੋਂ ਬੇਪਰਵਾਹ ਕਰ ਦਿੰਦਾ ਹੈ। ਉਹ ਸਾਡੀ ਸ਼ਰਾਬ ਪ੍ਰਭੂ ਦਾ ਨਾਮ ਹੈ, ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਜੋਗੀਆ ਅਸੀਂ ਉਹ ਪੀਤੀ ਹੋਈ ਆ ਜਿਹਨੂੰ ਪੀ ਕੇ ਮਸਤੀ ਚੜ ਗਈ, ਸੰਸਾਰ ਤੋਂ ਬੇਪਰਵਾਹ ਹੋ ਗਿਆ। ਆਖੋ ਸਤਨਾਮ ਵਾਹਿਗੁਰੂ ਜੀ। ਤੇ ਕਹਿੰਦੇ ਜਿਹੜੇ ਇਸ ਨਾਮ ਨੂੰ ਇਹ ਸ਼ਰਾਬ ਨੂੰ ਪੀਂਦੇ ਐ, ਮੈਂ ਉਹਨਾਂ ਤੋਂ ਬਲਿਹਾਰ ਜਾਣਾ। ਹੁਣ ਆਪਣੇ ਲਈ ਆ ਗਈ ਭਗਤੀ। ਕੀ ਕਹਿ ਰਹੇ ਨੇ, ਸੁਣੇ ਮਖਾਣੇ ਜਿਤੜੇ ਹੋ ਦਿਨ ਬਲਿਹਾਰ ਜਾਓ। ਸੁਣੇ ਮਖਾਣੇ ਜਿਹੜੇ ਸੁਣਦੇ ਨੇ ਪ੍ਰਭੂ ਦੇ ਨਾਮ ਸਿਫਤ ਸਲਾਹ ਨੂੰ ਸੁਣ ਰਹੇ, ਜਿਨੇ ਵਿਖਿਆਨ ਕਰਦੇ ਨੇ ਬਖਤੇ। ਕਹਿੰਦੇ ਸੁਣੇ ਮਖਾਣੇ ਜਿਤੜੇ ਹੋ ਦਿਨ ਬਲਿਹਾਰ ਜਾਊ। ਜਿਹੜੇ ਪ੍ਰਭੂ ਦਾ ਨਾਮ ਉਚਾਰਦੇ ਨੇ, ਜਿਹੜੇ ਜਿਹੜੇ ਮਨੁੱਖ ਜਿਤੜੇ, ਜਿਹੜੇ ਮਨੁੱਖ ਆਪਾਂ ਬੈਠੇ ਨੇ ਪ੍ਰਭੂ ਦੇ ਨਾਮ ਸਿਫਤ ਸਲਾਹ ਵਿੱਚ, ਇਸੇ ਵਚਨ ਨੂੰ ਗੁਰੂ ਜੀ ਕਹਿ ਰਹੇ ਨੇ। ਤੇ ਮੈਂ ਉਹਨਾਂ ਬੰਦਿਆਂ ਤੋਂ ਸੱਦ ਕੇ ਜਾਣਾ ਜਿਹੜੇ ਪ੍ਰਭੂ ਦਾ ਨਾਮ ਸੁਣਦੇ ਨੇ, ਇਹ ਨਾਮ ਰੂਪੀ ਸ਼ਰਾਬ ਨੂੰ ਪੀਂਦੇ ਐ ਤੇ ਉਚਾਰਨ ਕਰਦੇ ਐ। ਆਖੋ ਸਤਨਾਮ। ਤੇ ਗੁਰੂ ਨਾਨਕ ਜੀ ਕਹਿੰਦੇ ਮਨ ਨੂੰ ਤਾਂ ਸਥਿਰ ਮੰਨੋ, ਆ ਨਸ਼ੇ ਨਾਲ ਟੈਂਪਰੇਰੀ ਗੱਲ ਨਹੀਂ ਤਾਂ ਲੈ ਜਾਊਗਾ। ਕਹਿੰਦੇ ਮਨ ਕਿਵੇਂ ਸ਼ਾਂਤ ਹੋਏਗਾ, ਤਾਂ ਮਨ ਖੀਵਾ ਜਾਣੀਐ ਜਾ ਪਹਿਲੀ ਪਾਵੈ ਥਾਓ। ਕਹਿੰਦੇ ਖੀਵਾ ਮਸਤ ਤੇ ਮਹਿਲੀ ਪਰਮਾਤਮਾ ਦੀ ਹਜ਼ੂਰੀ ਵਿੱਚ ਇਹ ਮਨ ਕਦੋਂ ਮਸਤ ਹੋਊਗਾ, ਸ਼ਰਾਬਾਂ ਤੇ ਫੀਮਾਂ ਨਾਲ ਨਹੀਂ ਹੋਣਾ। ਇਹ ਮਨ ਮਸਤ ਹੋਊਗਾ ਜਦੋਂ ਪ੍ਰਭੂ ਦੀ ਸਿਫਤ ਸਲਾਹ ਨਾਮ ਵਿੱਚ ਸੁਰਤ ਨੂੰ ਜੋੜਦਾ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਕਹਿੰਦੇ ਮਨ ਉਦੋਂ ਮਸਤ ਹੋਇਆ ਸਮਝ ਜਦੋਂ ਇਹ ਪਰਮਾਤਮਾ ਦੀ ਯਾਦ ਵਿੱਚ ਟਿਕ ਜਾਏ। ਤੇ ਮਨ ਟਿਕਦਾ ਸਿਮਰਨ ਦੀ ਬਰਕਤ ਨਾਲ। ਜਿਤ ਸੇਵਿਆ ਤੇਰੀ ਦਰਗਾਹ ਪਾਵੈ ਮਾਨ। ਉਹ ਪ੍ਰਭੂ ਦੇ ਸਿਮਰਨ ਨਾਲ ਮਨ ਟਿਕਦਾ ਹੈ। ਪਹਿਲਾਂ ਜਪ ਹੁੰਦਾ, ਫਿਰ ਸਿਮਰਨ ਮਨ ਕਰਕੇ ਹੁੰਦਾ। ਤੇ ਗੁਰੂ ਨਾਨਕ ਜੀ ਕਹਿੰਦੇ ਬਈ ਤਾਂ ਮਨ ਖੀਵਾ ਠੰਡਾ
ਸ਼ਾਂਤ ਸਮਝ ਜਦੋਂ ਪ੍ਰਭੂ ਦੀ ਯਾਦ ਵਿੱਚ ਜੁੜ ਜਾਵੇ ਟਿਕ ਜਾਵੇ ਤੇ ਟਿਕਦਾ ਸਿਮਰਨ ਦੀ ਬਰਕਤ ਪਾਵੇ। ਆਖੋ ਸਤਿਨਾਮ ਵਾਹਿਗੁਰੂ ਜੀ। ਤੇ ਅੱਗੇ ਫਿਰ ਕਹਿੰਦੇ ਅਸੀਂ ਫਿਰ ਇਸ਼ਨਾਨ ਵੀ ਕਰਦੇ ਹੁੰਦੇ ਆ ਜਦੋਂ ਲੈ ਜਾਂਦੀ ਹੈ ਕਹਿੰਦੇ ਉਹ ਇਸ਼ਨਾਨ ਕਰਕੇ ਤੇ ਫਿਰ ਤੀਸਰਾ ਸਵਾਲ ਸੀ ਸਰੀਰ ਨੂੰ ਸੁਗੰਧੀਆਂ ਸੁਗੰਧੀਆਂ ਨਾ ਕੇ ਲੋਕਾਂ 'ਚ ਵਿਚਰਦੇ ਆਖੋ ਸਤਿਨਾਮ ਵਾਹਿਗੁਰੂ ਜੀ। ਇਹ ਗੁਰੂ ਨਾਨਕ ਜੀ ਤੁਹਾਡੇ ਮਤ ਵਿੱਚ ਵੀ ਇਸ਼ਨਾਨ ਲਿਖਿਆ? ਗੁਰੂ ਨਾਨਕ ਕਹਿੰਦਾ ਹਾਂ ਲਿਖਿਆ। ਕਹਿੰਦੇ ਸਾਡੇ ਵੀ ਇਸ਼ਨਾਨ ਕਰਦੇ ਨੇ ਤੇ ਕਿਹੜਾ ਪਾਣੀ ਵਰਤਦੇ ਐ? ਸਰੀਰ ਦਾ ਇਸ਼ਨਾਨ ਪਾਣੀ ਨਾਲ ਹੁੰਦਾ ਹੈ ਤੇ ਮਨ ਦਾ ਇਸ਼ਨਾਨ ਬਾਣੀ ਨਾਲ ਹੁੰਦਾ ਹੈ। ਆ ਹੁਣ ਮਨ ਦਾ ਇਸ਼ਨਾਨ ਹੋ ਰਿਹਾ, ਸਰੀਰ ਦਾ ਪਾਣੀ ਨਾਲ ਧੋ ਲਾਂਗੇ, ਕੱਪੜੇ ਪਾਣੀ ਨਾਲ ਧੋਤੇ ਜਾਂਦੇ ਆ, ਲੇਕਿਨ ਮਨ ਇਹ ਨਾਮ ਦੇ ਰੰਗ ਨਾਲ ਧੋਤਾ ਜਾਂਦਾ ਹੈ, ਨਾਮ ਦੇ ਸਿਮਰਨ ਨਾਲ, ਪ੍ਰਭੂ ਦੇ ਸਿਮਰਨ ਦੇ ਨਾਲ ਮਨ ਦੀ ਸਫਾਈ ਹੁੰਦੀ ਹੈ। ਕਬੀਰ ਮਨ ਨਿਰਮਲ ਭਇਆ ਜਦੋਂ ਧੋਤਾ ਗਿਆ ਨਿਰਮਲ ਹੋ ਗਿਆ। ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੈ ਕਹਿ ਕਬੀਰ ਕਬੀਰ। ਆਖੋ ਸਤਿਨਾਮ ਵਾਹਿਗੁਰੂ ਜੀ। ਗੁਰੂ ਨਾਨਕ ਜੀ ਕਹਿੰਦੇ ਨਾਉ ਨੀਰ ਚੰਗਿਆਈਆਂ ਸਤੋ ਪਰਮਲ ਧਨਵਾਸੋ। ਕਹਿੰਦੇ ਕਿਹੜਾ ਜਲ ਹੈ ਸਾਡੇ? ਨਾਉ ਨਾਮ ਦਾ ਨੀਰ ਮਾਣੇ ਜਲ। ਆਖੋ ਸਤਿਨਾਮ ਵਾਹਿਗੁਰੂ ਜੀ। ਪ੍ਰਭੂ ਦਾ ਜਿਹੜਾ ਨਾਮ ਹੈ ਉਹ ਸਾਡਾ ਪਾਣੀ ਹੈ। ਉਹ ਨਾਮ ਦੇ ਵਿੱਚ ਨੀਰ ਇਸ਼ਨਾਨ, ਨਾਮ ਦੇ ਜਲ ਵਿੱਚ ਅਸੀਂ ਇਸ਼ਨਾਨ ਕਰਦੇ ਹਾਂ। ਤੇ ਕਿਹੜਾ ਨਾਮ ਨੀਰ ਚੰਗਿਆਈਆਂ, ਚੰਗਿਆਈਆਂ ਸ਼ੁਭ ਕਰਮ ਕਰਨੀ, ਪ੍ਰਭੂ ਦੀ ਸਿਫਤ ਸਲਾਹ ਕਰਨੀ, ਉਹਦਾ ਸਿਮਰਨ ਕਰਨਾ। ਕਹਿੰਦੇ ਨਾਮ ਦੇ ਜਲ ਵਿੱਚ ਅਸੀਂ ਇਸ਼ਨਾਨ ਕਰਦੇ ਹਾਂ, ਸ਼ੁਭ ਕਰਮ ਕਰਦੇ ਹਾਂ, ਨਾਮ ਜਪਦੇ ਹਾਂ ਤੇ ਜਿਸ ਤੋਂ ਪ੍ਰਾਪਤ ਹੁੰਦਾ ਹੈ ਸਤ ਪਰਮਨ ਤਨਵਾਸ। ਸਤ ਕਰਦੇ ਥਲੇ ਔਕੜਾ ਸੱਚਾ ਆਚਰਣ। ਕਹਿੰਦੇ ਨਾਮ ਜਪਣ ਦੇ ਨਾਲ, ਨਾਮ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਾਲ ਜਿਮ ਜਿਮ ਵਰਸ਼ੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ। ਕਹਿੰਦੇ ਜਿਸ ਪ੍ਰਭੂ ਦੇ ਨਾਮ ਜਪ ਕੇ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ। ਉਹਨਾਂ ਦੇ ਮੁਖ ਉਜਲ ਹੋ ਗਏ, ਪਵਿੱਤਰ ਹੋ ਗਏ ਤੇ ਕੀਤੀ ਛੁੱਟੀ ਨਾਲ। ਆਖੋ ਸਤਿਨਾਮ ਵਾਹਿਗੁਰੂ ਜੀ। ਕਹਿੰਦੇ ਉਹ ਸਿੱਖ ਸਲਾਹ ਦੀ ਬਰਕਤ ਦੇ ਨਾਲ, ਸ਼ੁਭ ਕਰਮਾਂ ਦੇ ਨਾਲ, ਪ੍ਰਭੂ ਦੇ ਨਾਮ ਵਿੱਚ ਕੀਤਾ ਹੋਏ ਇਸ਼ਨਾਨ ਦੇ ਨਾਲ ਸੱਚਾ ਆਚਰਣ ਬਣ ਗਿਆ, ਕਰੈਕਟਰ ਸੁੱਚਾ ਆਚਰਣ। ਤੇ ਉਹ ਅਸੀਂ ਪਰਮਲ ਜਿਵੇਂ ਤੁਸੀਂ ਚੰਦਨ ਦੀਆਂ ਸੁਗੰਧੀਆਂ ਲਾਉਨੇ ਹੋ ਤੇ ਅਸੀਂ ਜਿਹੜਾ ਸੱਚ ਰੂਪ ਆਚਰਣ ਹੈ, ਜਿਹੜਾ ਨਾਮ ਜਪ ਕੇ ਉਹਦੇ 'ਚ ਇਸ਼ਨਾਨ ਕਰਕੇ ਬਣਿਆ, ਉਹ ਤਨ ਤੇ ਸੁਗੰਧੀ ਲਾਉਣੇ ਸਾਡਾ ਗਹਿਣਾ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਬਸ ਇਹ ਸਰੀਰ ਦੇ ਉੱਤੇ ਲਾਈ ਹੋਈ ਸੁਗੰਧੀ ਹੈ ਸਾਡੀ। ਨਾਮ ਪ੍ਰਭੂ ਦਾ ਨਾਮ ਨੀਰ ਬਾਣੇ ਜਿਹੜੇ ਜਲ 'ਚ ਇਸ਼ਨਾਨ ਕਰਨਾ ਹੈ। ਸਿਫਤ ਸਲਾਹ ਦੁਆਰਾ ਪ੍ਰਭੂ ਦੀ ਇਸ਼ਨਾਨ ਹੁੰਦਾ ਹੈ। ਉਹਦੇ ਪ੍ਰਭੂ ਦੀ ਸਿਫਤ ਸਲਾਹ ਪਾਣੀ 'ਚ ਸਰੀਰ ਦਾ ਇਸ਼ਨਾਨ ਕਰਦਾ, ਪਾਣੀ ਨਾਲ, ਨਾਮ ਦੇ ਪਾਣੀ ਨਾਲ ਮਨ ਇਸ਼ਨਾਨ ਕਰਦਾ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਤੇ ਗੁਰੂ ਨਾਨਕ ਜੀ ਕਹਿੰਦੇ ਇਹਦੇ ਨਾਲ ਫਿਰ ਜਿਹੜਾ ਮੁੱਖ ਹੈ ਸਾਡਾ ਤਨ ਹੈ, ਇਹ ਸੱਚਾ ਆਚਰਣ ਬਣ ਜਾਂਦਾ ਹੈ ਤੇ ਉਹ ਅਸੀਂ ਸੁਗੰਧੀ ਤਨ ਤੇ ਲਾਉਂਦੇ ਹਾਂ। ਆਖੋ ਸਤਿਨਾਮ ਵਾਹਿਗੁਰੂ ਜੀ। ਤਾਂ ਮੁਖ ਹੋਵੇ ਉਜਲਾ ਲਖ ਦਾਤੀ ਇੱਕ ਦਾਤ। ਉਜਲਾ ਰੋਸ਼ਨ ਕਹਿੰਦੇ ਸਾਫ ਸੁਥਰਾ। ਕਹਿੰਦੇ ਮੁਖ ਉਜਲ ਕਿਵੇਂ ਹੋਊਗਾ? ਜਦੋਂ ਪ੍ਰਭੂ ਦਾ ਨਾਮ ਜਪੀਏ, ਸ਼ੁਭ ਕਰਮ ਕਰਕੇ, ਸਿਫਤ ਸਲਾਹ ਕਰਕੇ, ਉਹ ਨਾਮ ਦੇ ਸਰੋਵਰ ਵਿੱਚ ਇਸ਼ਨਾਨ ਕਰੀਏ, ਉਦੋਂ ਮੁਖ ਉਜਲਾ ਹੋ ਜਾਂਦਾ ਹੈ। ਫਿਰ ਕਹਿੰਦੇ ਗੁਰਮੁਖ ਪਿਆਰਿਓ ਤੇ ਸਾਰਿਆਂ ਪਰਮਾਤਮਾ ਦੇ ਮੁਖ ਕਹਿੰਦੇ ਕਾਮੁਖ ਹੋਵੇ ਉਜਲਾ ਲਖ ਦਾਤੀ ਇੱਕ ਦਾਤ। ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਸਾਰੀਆਂ ਦਾਤਾਂ ਨਾਲੋਂ ਵਧੀਆ ਦਾਤ ਹੈ। ਪਰਮਾਤਮਾ ਦੀ ਜਿਹੜੀ ਸਿਫਤ ਸਲਾਹ ਹੈ ਇਹ ਸਾਰੀਆਂ ਦਾਤਾਂ ਨਾਲੋਂ ਵਧੀਆ ਦਾਤ ਹੈ, ਸਾਰੇ ਨਸ਼ਿਆਂ ਨਾਲੋਂ ਵਧੀਆ ਨਸ਼ਾ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਕਹਿੰਦੇ ਕਾਮੁਖ ਹੋਵੇ ਉਜਲਾ ਲਖ ਦਾਤੀ ਇੱਕ ਦਾਤ, ਜਿਸ ਦੇ ਨਾਲ ਮਨੁੱਖ ਦਾ ਮੁਖ ਉਜਲਾ ਸੋਹਣਾ ਹੋ ਜਾਂਦਾ ਹੈ। ਤੇ ਇਹ ਗੁਰੂ ਨਾਨਕ ਜੀ ਨੇ ਦੱਸਿਆ ਅਸੀਂ ਇਸ਼ਨਾਨ ਕਰਦੇ ਤੇ ਅਗਲੇ ਵਚਨ ਵਿੱਚ ਕਹਿੰਦੇ ਨੇ ਫਿਰ ਦੁੱਖ ਤਿਸੀ ਪੈ ਆਖੀਐ ਸੁਖ ਜਿਸੀ ਹੈ ਕੇ ਪਾਸ। ਦੁੱਖ ਤਿਸੀ ਪੈ ਤਿਸੈ ਪੈ ਆਖੀਐ
ਸੂਖ ਜਿਸਾ ਹੀ ਪਾਸ, ਕਹਿੰਦੇ ਦੁੱਖ ਵੀ ਤੇ ਸੁੱਖ ਵੀ ਉਸ ਪ੍ਰਭੂ ਪਰਮਾਤਮਾ ਦੇ ਅੱਗੇ ਅੱਗੇ। ਕਹਿੰਦੇ ਜਿਹਦੇ ਕੋਲੋਂ ਦੁੱਖਾਂ ਦੀ ਨਿਵਰਤੀ ਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਕਹਿੰਦੇ ਉਸੇ ਮੂਰੇ ਕਹਿਣਾ ਹੈ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ। ਕਹਿੰਦੇ ਇਸ ਕਰਕੇ ਦੁੱਖਾਂ ਦੀ ਨਿਵਰਤੀ ਤੇ ਸੁੱਖਾਂ ਦੀ ਪ੍ਰਾਪਤੀ ਦੀ ਅਰਦਾਸ ਵੀ ਪਰਮਾਤਮਾ ਦੇ ਅੱਗੇ ਉਸ ਪ੍ਰਭੂ ਦੇ ਅੱਗੇ ਕਰਿਆ ਕਰ। ਤੇ ਜੇ ਦੁਖੀ ਬੰਦੇ ਕੋਲੇ ਤੂੰ ਆਪਣੇ ਦੁੱਖ ਸੁਣਾਏਗਾ, ਦੁੱਖ ਦੀਆਂ ਪੰਡਾ ਖੁੱਲੀਆਂ, ਆ ਪੰਡਾ ਖੁੱਲੀਆਂ ਹੋਈਆਂ ਨੇ। ਗੁਰੂ ਜੀ ਸਰੀਰ ਨਹੀਂ ਕਹਿੰਦੇ ਦੁੱਖ ਦੀਆਂ, ਤੁਸੀਂ ਇੱਕ ਦੁੱਖ ਕਰੋਗੇ ਚਾਰ ਦੁੱਖ ਸੁਣਾਊਗਾ, ਤੁਸੀਂ ਚਾਰ ਦੱਸੋਗੇ 10 ਦੱਸੂਗਾ। ਤੇ ਦੁਖੀ ਕੋਲੇ ਦੁੱਖ ਲਿਜਾ ਕੇ ਕੀ ਪ੍ਰਾਪਤੀ ਹੋਊਗੀ? ਕੁਛ ਵੀ ਨਹੀਂ ਹੋਣੀ। ਬਿਮਾਰ ਬੰਦੇ ਕੋਲੇ ਬਿਮਾਰ ਬੰਦਾ ਗਿਆ, ਉਹਨੂੰ ਕੀ ਮਿਲਣਾ? ਕੋਈ ਬੰਦਾ ਬਿਮਾਰ ਹੋ ਗਿਆ, ਅੱਖ ਨੂੰ ਫਰਕ ਪੈ ਗਿਆ, ਉਹਨੂੰ ਇੱਕ ਦੀ ਥਾਂ ਦੋ ਨਜ਼ਰ ਆਉਣ ਲੱਗ ਗਈ, ਸਮਝ ਆ ਜਾਊਗਾ। ਕਹਿੰਦੇ ਇੱਕ ਦੀ ਥਾਂ ਦੋ ਨਜ਼ਰ ਆਉਂਦੇ ਹੈ। ਉਹਨੇ ਕਿਹਾ ਮੈਂ ਆਪਣਾ ਇਲਾਜ ਕਰਾਵਾਂ, ਕੱਲ ਵੀ ਮਿਲਿਆ ਸ਼ਾਮੀ, ਇੱਕ ਕਹਿੰਦਾ ਮੈਨੂੰ ਇੱਕ ਦੀ ਥਾਂ ਦੋ ਦਿਸਦੇ ਸੀ। ਰੱਬ ਸਤਿਨਾਮ ਵਾਹਿਗੁਰੂ ਜੀ। ਹੁਣ ਆ ਗਿਆ ਦੁੱਖ, ਇੱਕ ਦੀ ਥਾਂ ਦੋ ਦਿਸਦੇ ਆ ਤੇ ਚਲਿਆ ਗਿਆ ਡਾਕਟਰ ਦੇ ਕੋਲੇ, ਵੈਦ ਕੋਲੇ ਚਲਿਆ ਗਿਆ। ਉਹਨੂੰ ਜਾ ਕੇ ਕਹਿੰਦਾ ਬੈਠ ਗਿਆ, ਵਾਰੀ ਆਈ ਤੇ ਡਾਕਟਰ ਕਹਿੰਦਾ ਬੋਲੋ, ਤੇ ਦੱਸਣ ਲੱਗਿਆ। ਕਹਿੰਦਾ ਦੱਸੀ ਤਾਂ ਫੇਰ ਡਾਕਟਰ ਕਹਿੰਦਾ ਪਹਿਲਾਂ ਮੈਨੂੰ ਇਹ ਦੱਸ ਵੀ ਆ ਦੋ ਜਾਣੇ ਨਾਲ ਹੋਰ ਕਿਹੜੇ ਭਾਈ ਆ ਕੌਣ ਲੈ ਕੇ ਦੋ ਜਾਣੇ ਨਾਲ? ਉਹ ਬੰਦਾ ਉੱਠ ਕੇ ਖੜਾ ਹੋ ਗਿਆ, ਸਮਝ ਗਿਆ। ਆਖੋ ਸਤਿਨਾਮ ਵਾਹਿਗੁਰੂ ਜੀ। ਉਹ ਸਮਝ ਗਿਆ, ਉਹਨੇ ਕਿਹਾ ਮੈਨੂੰ ਤਾਂ ਦੋ ਦਿਸਦੇ ਐ, ਇਹਨੂੰ ਦੋ ਦੀ ਥਾਂ ਤਿੰਨ ਨਜ਼ਰ ਆਉਂਦੇ ਐ। ਆਖੋ ਸਤਿਨਾਮ ਵਾਹਿਗੁਰੂ। ਉਹ ਬੈਠ ਡਾਕਟਰ ਆਵਾਜ਼ਾਂ ਮਾਰਦਾ ਬਹਿ ਜਾਓ, ਕਹਿੰਦਾ ਬਹਿਣਾ ਕੀ ਆ, ਮੈਨੂੰ ਤਾਂ ਦੋ ਹੀ ਦਿਸਦੇ, ਤੈਨੂੰ ਤਾਂ ਤਿੰਨ ਦਿਸਦੇ ਆ। ਆਖੋ ਸਤਿਨਾਮ ਵਾਹਿਗੁਰੂ ਜੀ। ਤੇ ਇਸ ਕਰਕੇ ਦੁੱਖ ਤਿਸੈ ਪੈ ਆਖੀਐ, ਸੁਖ ਜਿਸੈ ਹੀ ਪਾਸ। ਤੇ ਆਓ ਗੁਰਮੁਖ ਪਿਆਰਿਓ, ਤੇ ਗੁਰੂ ਨਾਨਕ ਜੀ ਕਹਿੰਦੇ ਉਹ ਜੋਗੀਆ ਸੋਗਿਓ ਮਨੋ ਵਿਸਾਰੀਐ, ਜਾਗੈ ਜੀ ਪ੍ਰਾਣ। ਕਹਿੰਦੇ ਜਿੰਨਾ ਚਿਰ ਆ ਪ੍ਰਾਣ ਧਾਰੀ ਬੰਦਿਓ ਸਾਹ ਪ੍ਰਾਣ ਚੱਲਦੇ ਨੇ, ਉਸ ਪਰਮਾਤਮਾ ਨੂੰ ਵਿਸਾਰਿਆ ਨਹੀਂ ਕਰਨਾ। ਆਖੋ ਸਤਿਨਾਮ ਵਾਹਿਗੁਰੂ ਜੀ। ਮਨੋ ਮਨ ਤੋਂ ਜੀ ਜਿੰਦ ਪ੍ਰਾਣ ਸਾਹ, ਜੀ ਪ੍ਰਾਣ ਜਿੰਦ ਜਾਨ। ਜਿਸ ਪਰਮਾਤਮਾ ਨੇ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਜਿਹਨੇ ਸਰੀਰ ਦਿੱਤਾ, ਜਿੰਦ ਦਿੱਤੀ, ਪ੍ਰਾਣ ਦਿੱਤੇ ਨੇ, ਘਰ ਦਿੱਤੇ ਆ, ਧੀਆਂ ਪੁੱਤਰ ਦਿੱਤੇ ਆ, ਤੇ ਉਹ ਬਖਸ਼ੀ ਹੋਈ ਉਹਦੀ ਜਿੰਦ ਜਾਨ ਹੈ ਕਿ ਉਹਨੂੰ ਕਦੇ ਵੀ ਮਨ ਤੋਂ ਭੁਲਾ ਨਾ। ਜਦੋਂ ਭੁਲਾ ਦਿੱਤਾ ਪਰਮੇਸ਼ਰ ਤੇ ਭੁੱਲਿਆ ਗਿਆ ਆਪਣੇ ਸ਼ਬਦ ਨੂੰ। ਆਖੋ ਸਤਿਨਾਮ ਵਾਹਿਗੁਰੂ ਜੀ। ਤੇ ਗੁਰੂ ਨਾਨਕ ਜੀ ਕਹਿੰਦੇ ਉਹ ਪ੍ਰਮਾਤਮਾ ਨੂੰ ਭੁਲਾ ਕੇ ਤੂੰ ਕੁਝ ਬਣਿਆ ਫਿਰੀ, ਕੁਝ ਪਹਿਨਦਾ ਫਿਰੀ, ਕੁਝ ਖਾਂਦਾ ਫਿਰੀ, ਕਿਸੇ ਕੰਮ ਦਾ ਨਹੀਂ। ਜਦੋਂ ਪ੍ਰਮਾਤਮਾ ਨੂੰ ਭੁਲਾ ਦਿੱਤਾ ਤੇ ਸਵੇਨ ਸਭ ਅਪਵਿੱਤਰ ਹੈ, ਜੇਤਾ ਪਹਿਨਣ ਖਾਣ। ਉਸ ਪਰਮਾਤਮਾ ਨੂੰ ਭੁਲਾ ਕੇ ਜਿਤਨਾ ਵੀ ਤੂੰ ਕੱਪੜੇ ਪਹਿਨਦਾ, ਭੋਜਨ ਖਾਣਾ ਹੈ, ਸੁਖ ਮਾਣਦਾ, ਸਾਰੇ ਬੇਕਾਰ ਨੇ। ਮਹਾਰਾਜ ਕਹਿੰਦੇ ਨੇ ਨਾ ਪੰਜਵੇਂ ਪਾਤਸ਼ਾਹ ਕਹਿੰਦੇ ਜੇ ਪ੍ਰਭੂ ਕਹਿੰਦੇ ਭੁੱਲ ਗਿਆ, ਪ੍ਰਭੂ ਛੋੜ ਅਣ ਲਾਗੈ ਨਰਕ ਸਮਝੀਏ। ਜੇ ਪਰਮਾਤਮਾ ਭੁੱਲਿਆ ਹੋਇਆ ਤੇ ਫਿਰ ਕਹਿੰਦੇ ਸੋਹਣੇ ਕੱਪੜੇ ਆ ਤੇਰੇ ਖਾਣ ਪੈਣ ਕਿਸੇ ਕੰਮ ਦਾ ਨਹੀਂ। ਪ੍ਰਭੂ ਛੋੜ ਆਣ ਲਾਗੈ ਨਰਕ ਸਮਝੀਐ, ਪਰਮਾਤਮਾ ਨੂੰ ਭੁੱਲ ਕੇ ਹੋਰ ਪਾਸੇ ਤੁਰਿਆ ਹੋਇਆ ਤੇ ਨਰਕਾਂ 'ਚ ਰਹਿ ਰਿਹਾ। ਆਖੋ ਸਤਿਨਾਮ ਵਾਹਿਗੁਰੂ ਜੀ। ਇਹ ਨਰਕ ਦੀ ਜ਼ਿੰਦਗੀ ਹੈ ਸਿੱਖਾ। ਇਸ ਕਰਕੇ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਉਹ ਪਰਮਾਤਮਾ ਨੂੰ ਭੁਲਾ ਕੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਏ ਚੰਦਨ ਸੁਗੰਧ ਲਾਏ ਮੋਤੀ ਹੀਰੇ। ਮਨ ਇੱਛੇ ਸੁਖ ਮਾਣਦਾ ਕਿਛ ਨਾਹੀ ਵਸੂਲੇ। ਜੋ ਮਨ ਚਾਹੁੰਦੀਆਂ ਕਰੀ ਗਈ, ਸੁੰਦਰ ਸੇਜਾਂ ਚੰਦਨ ਦੇ ਗੇਟ ਲੱਗੇ ਹੁਣ, ਸੁਗੰਧੀਆਂ ਆਉਂਦੀਆਂ ਹੁਣ, ਪਰ ਸੋ ਪ੍ਰਭ ਚੇਤਨਾ ਆਵਈ ਵਿਸ਼ਟਾ ਤੇ ਕੀੜੇ। ਕਹਿੰਦੇ ਜੇ ਪਰਮਾਤਮਾ ਭੁੱਲਿਆ ਤੇ ਗੰਦਗੀ ਦਾ ਕੀੜਾ ਹੈ। ਵਿਸ਼ਟਾ ਜਿਹੜਾ ਖਾਣੇ ਪੀਣੇ ਗੰਦ ਬਣ ਜਾਂਦਾ ਉਹਨੂੰ ਵਿਸ਼ਟਾ ਕਹਿੰਦੇ ਆ। ਕਹਿੰਦੇ ਗੰਦਗੀ ਦਾ ਕੀੜਾ ਇਹਦੇ ਤੇ ਕੁਛ ਨਹੀਂ ਤੈਨੂੰ ਜੇ ਪਰਮਾਤਮਾ ਭੁੱਲ ਗਿਆ। ਆਖੋ ਸਤਿਨਾਮ ਵਾਹਿਗੁਰੂ ਜੀ। ਤੇ ਆਓ ਤੇ ਮਹਾਰਾਜ ਕਹਿੰਦੇ ਤਿਸ ਬਿਨ ਸਭ ਅਪਵਿੱਤਰ ਹੈ, ਜੇਤਾ ਪਹਿਨਣ ਖਾਣ। ਉਹ ਕਹਿੰਦੇ ਪਿਆਰਿਆ ਪ੍ਰਭੂ ਨੂੰ ਵਿਸਾਰਿਆ ਜਿੰਨਾ ਵੀ ਭੁੱਲ ਕੇ ਆ ਹੋਰ ਉਤਮ ਕਰਦਾ ਸਾਰੇ ਵਿਅਰਥ ਹੈ।
ਆ ਨਸ਼ਿਆਂ ਨੂੰ ਛੱਡ, ਫੀਮਾਂ ਨੂੰ ਛੱਡ, ਸਾਰੇ ਸੰਸਾਰ ਨੇ ਖਾਧਾ। ਮੋਹ ਦਾ ਨਸ਼ਾ, ਹੰਕਾਰ ਵਸ਼ ਪੈ ਕੇ, ਅਗਿਆਨ ਵਸ਼ ਪੈ ਕੇ ਦੁਖੀ ਹੋ ਰਹੇ ਆ। ਤੇ ਉਹ ਜਿਹੜੇ ਸਿਫਤ ਸਲਾਹ ਕਰਦੇ ਨੇ ਉਹ ਪਰਮਾਤਮਾ ਦੇ ਦਰ ਤੇ ਨਾਸ਼ਵੰਤ ਸੰਸਾਰ ਮੋਹ ਰੂਪ ਚਿਕੜ ਤੋਂ ਉੱਚੇ ਉੱਠ ਕੇ ਪੰਕਜ ਮੋਹ ਪਗੜੀ ਚਾਹਤਾ ਹੈ, ਹਮ ਦੇਖਾਤਾ ਹੈ ਰੂਪ ਹੀ ਲਗੇ। ਇਸ ਤਰ੍ਹਾਂ ਦਾ ਕਰਕੇ ਗੁਰੂ ਨਾਨਕ ਜੀ ਕਹਿੰਦੇ ਹੁਣ ਮੇਰੀ ਗੱਲ ਸੁਣ, ਆ ਜਿਹੜੇ ਤੂੰ ਨਸ਼ਿਆਂ ਦੀ ਗੱਲ ਕਰਦਾ ਹੈ, ਆ ਜਿਹੜੀ ਸੁਗੰਧੀਆਂ ਦੀ ਗੱਲ ਕਰਦਾ ਹੈ, ਪਹਿਨਣ ਖਾਣ ਦੀ ਗੱਲ ਕਰਦਾ ਹੈ, ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪਰਵਾਨ। ਕਹਿੰਦੇ ਹੋਰ ਜਿਹੜੀਆਂ ਤੂੰ ਗੱਲਾਂ ਦਸੀਆਂ, ਨਸ਼ੇ, ਵਿਕਾਰ, ਮੋਹ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰੀਆਂ ਜਿਹੜੀਆਂ ਕੂੜੀਆਂ ਗੱਲਾਂ ਇਹ ਸੰਸਾਰ 'ਚ ਫਸਾਉਣ ਦਾ ਕੰਮ ਕਰਦੀਆਂ। ਮਹਾਰਾਜ ਕਹਿੰਦੇ ਫਾਸਣ ਕੀ ਬਿਦ ਸਭ ਕੋ ਜਾਣਾ, ਫਸਣਾ ਤਾਂ ਸਾਰਿਆਂ ਨੂੰ ਆਉਂਦਾ, ਛੁੱਟਣ ਕੀ ਇੱਕ ਕੋਈ। ਕਹਿੰਦੇ ਛੁੱਟਣਾ ਨਿਕਲਣਾ ਕਿਸੇ ਕਿਸੇ ਨੂੰ ਆਉਂਦਾ, ਫਸੀ ਤਾਂ ਸਾਰੇ ਹੀ ਆਉਣ ਜਾਂਦੇ ਆ। ਜੋ ਜੋ ਆਇਓ ਸੋ ਸੋ ਪੁਰਝਾਇਓ, ਜਿਹੜਾ ਵੀ ਆਇਆ ਸੰਸਾਰ ਵਿੱਚ ਆ ਕੇ ਉਲਝ ਗਿਆ ਤੇ ਉਲਝਿਆ ਹੀ ਤੁਰ ਗਿਆ। ਆਪੋ ਸਤਿਨਾਮ ਵਾਹਿਗੁਰੂ ਜੀ। ਤੇ ਗੁਰੂ ਨਾਨਕ ਜੀ ਕਹਿੰਦੇ ਗੁਰਮੁਖੋ, ਕਹਿੰਦੇ ਹੋਰ ਸਾਰੀਆਂ ਗੱਲਾਂ ਜਿਹੜੀਆਂ ਨਾਸ਼ਵੰਤ ਸੰਸਾਰ ਦੇ ਮੋਹ ਵਿੱਚ ਫਸਾਉਂਦੀਆਂ, ਤੇ ਇੱਕ ਉਹੀ ਉਦਮ ਚੰਗਾ, ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪਰਵਾਨ, ਜਿਹੜਾ ਪ੍ਰਭੂ ਦੇ ਨਾਲ ਪ੍ਰੇਮ ਪਾਉਣਾ। ਕਹਿੰਦੇ ਗੁਰਮੁਖ ਪਿਆਰਿਓ ਸਿਮਰਨ ਕਰਨਾ, ਇਹ ਸਾਰੀਆਂ ਜਿਹੜੀਆਂ ਗੱਲਾਂ ਹੈ ਇਹ ਪ੍ਰਭੂ ਦੇ ਦਰ ਤੇ ਇਹ ਪ੍ਰੀਤ ਪਾਉਂਦੀਆਂ। ਉਹ ਪਰਮਾਤਮਾ ਦਾ ਪ੍ਰੇਮ ਨਾਮ ਜਪ ਕੇ ਪਾਇਆ ਜਾਂਦਾ ਹੈ। ਹੋਰ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਕੂੜੀਆਂ ਨੇ, ਇਹ ਸੰਸਾਰ ਵਿੱਚ ਫਸਾਉਂਦੇ ਨੇ। ਕੂੜ ਕੀ ਹੈ? ਕੂੜ ਰਾਜਾ, ਕੂੜ ਪ੍ਰਜਾ, ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਆਕਾਰ, ਕੂੜ ਮੀਆਂ, ਕੂੜ ਬੀਵੀ, ਖੱਪ ਹੋਏ ਖਾਰ, ਕੂੜ ਕੂੜਾ ਦੇਹੋ ਲੱਗਾ ਵਿਸ਼ਰਿਆ ਕਰਤਾਰ, ਕ੍ਰਿਸ਼ਨਰ ਕੀਚੈ ਦੋਸਤੀ ਸਭ ਜਗ ਜਗਣ ਹਾਰ। ਕੂੜ ਮਿੱਠਾ, ਕੂੜ ਮਾਖਿਓ, ਕਿੰਨਾ ਮਿੱਠਾ ਸ਼ਹਿਦ ਵਰਗਾ, ਮਾਖਿਓ ਸ਼ਹਿਦ ਵਰਗਾ। ਕੂੜ ਡੋਬਾ, ਕੂੜ ਕਹਿੰਦੇ ਕੂੜ ਨੇ ਪੂਰਾ ਦੇ ਪੂਰ ਡੋਬਦੇ। ਨਾਨਕ ਵਖਾਣ ਬੇਨਤੀ ਤੁਧ ਬਾਝ ਕੂੜ, ਕੂੜ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਕੁਝ ਹੁੰਦਾ ਹੈ। ਇਸ ਕਰਕੇ ਗੁਰੂ ਨਾਨਕ ਜੀ ਸਮਝਾ ਰਹੇ ਸੀ, ਕਹਿੰਦੇ ਜੋਗੀ ਰਾਜ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪਰਵਾਨ। ਉਹ ਪ੍ਰਭੂ ਦੇ ਨਾਲ ਆਪਣੀ ਸਿਫਤ ਸਲਾਹ ਦੁਆਰਾ ਚੰਗੇ ਸ਼ੁਭ ਕਰਮ ਕਰਨੇ, ਨਾਮ ਜਪਣਾ, ਪ੍ਰਭੂ ਪਰਮਾਤਮਾ ਨਾਲ ਪ੍ਰੀਤੀ ਜੋੜਨੀ, ਇਹ ਸੁਗੰਧੀਆਂ ਨੇ। ਹੋਰ ਗੱਲਾਂ ਜਿਹੜੀਆਂ ਨਸ਼ੇ ਦੀਆਂ ਬੁਰਾਈਆਂ ਨੂੰ ਕਹਿ ਰਿਹਾ, ਸ਼ਰਾਬਾਂ ਪੀਂਦੀਆਂ, ਸਭ ਕੂੜੀਆਂ। ਇਹ ਉਪਦੇਸ਼ ਦਿੱਤਾ, ਇਹ ਸਾਨੂੰ ਵੀ ਦਿੱਤਾ, ਇਹਨੂੰ ਥਾਨ ਦਾ ਕਹਿੰਦੇ। ਤੇ ਸੰਪਰਦਾਈ ਜਿਹੜੇ ਮਹਾਂਪੁਰਖ ਹੋਏ ਹੈ ਉਹਨਾਂ ਨੇ ਉਹ ਥਾਨਕਾਂ ਮੰਨੀਆਂ ਤੇ ਹੋਈਆਂ ਭੁੱਲਾਂ ਦੀ ਖਿਮਾ